हेलो एवरीवन ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਹੈ ranksearch.com ਦੀ ਨਵੀਂ ਵੀਡੀਓ ਵਿੱਚ। ਅੱਜ ਦੀ ਇਸ ਵੀਡੀਓ ਵਿੱਚ ਅਸੀਂ PCS ਦਾ ਪ੍ਰੀਮੀਅਮ ਐਗਜ਼ਾਮ ਦੇਖਾਂਗੇ ਜੋ ਕਿ 13 ਫਰਵਰੀ 13th ਫੈਬ 2021 ਨੂੰ ਹੋਇਆ ਸੀ। ਜਿਵੇਂ ਕਿ ਤੁਸੀਂ ਜਾਣਦੇ ਹੋ ਸਾਰਾ ਕੰਟੈਂਟ ਅਸੀਂ ranksearch.com ਤੋਂ ਲੈ ਰਹੇ ਹਾਂ। ਅਗਰ ਤੁਸੀਂ ਇਸ PDF ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ranksearch.com ਤੋਂ ਜਾ ਕੇ ਇਸ PDF ਨੂੰ ਡਾਊਨਲੋਡ ਕਰ ਸਕਦੇ ਹੋ। ਇਸ PDF ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਸ਼ੇਅਰ ਕੀਤਾ ਹੈ, ਤੁਸੀਂ ਉੱਥੇ ਵੀ ਜਾ ਕੇ ਚੈੱਕ ਕਰ ਸਕਦੇ ਹੋ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਰਿਕੁਐਸਟ ਕਰਾਂਗਾ, ਅਗਰ ਹਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਕਰੋ, ਦੋਸਤਾਂ ਨਾਲ ਜਰੂਰ ਸ਼ੇਅਰ ਕਰਿਓ। ਤੇ ਇਸ ਵੀਡੀਓ ਤੋਂ ਰਾਹੀਂ ਤੁਹਾਨੂੰ ਪਤਾ ਲੱਗੇਗਾ ਕਿ PCS ਦੇ ਪ੍ਰੀਲਿਮਸ ਜੋ ਐਗਜ਼ਾਮ ਹੈ ਕਿੰਨਾ ਕਿ ਡਿਫਿਕਲਟ ਹੁੰਦਾ ਹੈ, ਕਿਸ ਤਰ੍ਹਾਂ ਤੁਸੀਂ ਇਸ ਨੂੰ ਪਾਸ ਕਰ ਸਕਦੇ ਹੋ, ਕਿਉਂਕਿ ਇਸ ਵਾਰੀ ਇੱਕ ਕੁਆਲੀਫਾਈਂਗ ਐਗਜ਼ਾਮ ਹੈ, ਕਿਉਂਕਿ ਮੇਨਸ ਦੇ ਹੀ ਤੁਹਾਡੇ ਨੰਬਰ ਜੁੜਨਗੇ ਤੁਹਾਡੀ ਮੈਰਿਟ ਲਿਸਟ ਲਈ। ਸੋ ਇਹ ਕਰਨਾ ਬਹੁਤ ਜ਼ਰੂਰੀ है। तो स्टार्ट करते हैं वीडियो नो। क्वेश्चन नंबर 1, वर्ल्ड हेल्थ ऑर्गेनाइजेशन हैज डिक्लेयर अफ्रीका वाइल्ड पोलियो फ्री। द डिजीज is now found only in which of the following countries। so WHO ने अफ्रीका ਨੂੰ ਵਾਈਲਡ ਪੋਲੀਓ ਫ੍ਰੀ ਕਰ ਦਿੱਤਾ ਹੈ ਤੇ ਕਿਹੜੀ ਕੰਟਰੀਜ਼ ਵਿੱਚ ਸਟਿਲ ਉਹ ਅਜੇ ਵੀ ਪ੍ਰੈਜ਼ੈਂਟ ਹੈ। ਇਹ 2021 ਦੇ ਪੇਪਰ ਦੀ ਗੱਲ ਹੈ, ਸੋ ਇਹ 2020 ਤੋਂ ਪਹਿਲਾਂ ਦੀ ਖਬਰ ਹੈ। ਇਹਦਾ ਆਨਸਰ ਹੋਏਗਾ A, ਅਫਗਾਨਿਸਤਾਨ ਐਂਡ ਪਾਕਿਸਤਾਨ। ਪਹਿਲੀ ਗੱਲ ਅਫਗਾਨਿਸਤਾਨ ਹੋ ਸਕਦਾ ਹੈ ਕਿਉਂਕਿ ਅਫਗਾਨਿਸਤਾਨ ਇੱਕ ਕਾਫੀ ਪਿਛੜਾ ਇੱਕ ਦੇਸ਼ ਹੈ। ਤੁਸੀਂ ਅਗਰ ਕੋਈ ਵੀ ਰੈਂਕਿੰਗ ਦੇਖੋਗੇ ਹਰ ਪਾਸੇ ਅਫਗਾਨਿਸਤਾਨ ਦਾ ਰੈਂਕ ਡਾਊਨ ਸਾਈਡ ਹੁੰਦਾ ਹੈ। ਸੋ ਕਿਰਗਿਸਤਾਨ ਇੱਕ ਡਿਵੈਲਪਿੰਗ ਕੰਟਰੀ ਹੈ, ਸੋ ਇਹ ਨਹੀਂ ਹੋ ਸਕਦਾ। ਉਸੇ ਤਰ੍ਹਾਂ ਉਜ਼ਬੇਕਿਸਤਾਨ ਵੀ ਨਹੀਂ ਹੋ ਸਕਦਾ, ਇਹ ਵੀ ਡਿਵੈਲਪਿੰਗ ਕੰਟਰੀ ਹੈ। ਸੋ ਪਾਕਿਸਤਾਨ ਐਂਡ ਅਫਗਾਨਿਸਤਾਨ ਇਹ ਆਨਸਰ ਹੋਏਗਾ। ਇਹ ਸਾਰੇ ਕੁਐਸਚਨ ਸਾਇੰਸ ਕਾਮਨ ਸੈਂਸ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਹਦੇ ਨਾਲ ਹੀ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ WHO ਦਾ ਪੂਰਾ ਡਿਟੇਲ ਆਰਟੀਕਲ ਦਿੱਤਾ ਹੈ ਵਿਦ ਕਰੰਟ ਅਫੇਅਰਸ। ਤੁਸੀਂ ਉੱਥੇ ਜਾ ਕੇ ਵੀ ਚੈੱਕ ਕਰ ਸਕਦੇ ਹੋ। ਡਿਸਕ੍ਰਿਪਸ਼ਨ 'ਚ ਉਹਦਾ ਆਰਟੀਕਲ ਦਾ ਲਿੰਕ ਦਿੱਤਾ ਹੈ, ਤੁਸੀਂ ਉੱਥੇ ਜਾ ਕੇ ਪੜ੍ਹ ਸਕਦੇ ਹੋ। 2024 ਤੋਂ ਲੈ ਕੇ ਅੱਜ ਤੱਕ ਤੁਹਾਨੂੰ ਸਾਰੇ ਕਰੰਟ ਅਫੇਅਰ WHO ਦੇ ਸਾਰੇ ਕਵਰ ਮਿਲਣਗੇ। ਸੈਕਿੰਡ, which of the following statements are correct? The DNA technology use and application regulation bill 2019 provides for the regulation of use of DNA technology for establishing the identity of certain persons। बिल्कुल सही हो सकता है क्योंकि 2019 ਦੀ ਖਬਰ ਹੈ। ਇਹ ਤੁਹਾਨੂੰ ਅਗਰ ਕਾਮਨ ਸੈਂਸ ਯੂਜ਼ ਕਰਨੀ ਹੋਏ ਤਾਂ DNA ਦੇ ਬਾਰੇ ਤੁਹਾਨੂੰ ਥੋੜਾ ਪਤਾ ਹੋਣਾ ਚਾਹੀਦਾ। ਇਹ ਸਾਡੀ ਸਟੇਟਮੈਂਟ ਬਿਲਕੁਲ ਸਹੀ ਹੋ ਸਕਦੀ ਹੈ। ਸੈਕਿੰਡ ਹੈ DNA is made up of 26 pairs of chromosomes। ਨਹੀਂ, ਇਹ 23 pairs ਹੁੰਦੀ ਹੈ ਜਿਹਦੇ ਵਿੱਚ 1 ਸਭ ਤੋਂ ਲਾਰਜੈਸਟ ਹੁੰਦਾ ਹੈ, ਦੈਨ ਡਿਕਰੀਜ਼ਿੰਗ ਆਰਡਰ 'ਚ 22 ਜਿਹੜਾ ਹੋਏਗਾ ਉਹ ਸਮਾਲੈਸਟ ਹੋਏਗਾ। ਹੁਣ ਤੁਸੀਂ ਕਹੋਗੇ 23 ਪੇਅਰਸ ਦੱਸਿਆ, ਇੱਕ ਪੇਅਰ ਹੁੰਦਾ ਹੈ ਸੈਕਸ ਕ੍ਰੋਮੋਸੋਮਸ ਦਾ। ਸੈਕਸ ਕ੍ਰੋਮੋਸੋਮ ਜਿਹਨੂੰ ਅਸੀਂ X ਐਂਡ Y ਵੀ ਕਿਹਾ ਜਾਂਦਾ ਹੈ, ਜੋ ਕਿ XX ਗਰਲ ਲਈ ਡੋਨੇਟ ਕਰਦਾ ਹੈ ਐਂਡ XY ਬॉय ਲਈ ਡੋਨੇਟ ਕਰਦਾ ਹੈ। ਇਹਦੇ ਬਾਰੇ ਵੀ ਡਿਟੇਲ ਵਿੱਚ ਆਰਟੀਕਲ ਮਿਲ ਜਾਏਗਾ, ਡਿਸਕ੍ਰਿਪਸ਼ਨ ਤੇ ਜਾ ਕੇ ਇਸ ਆਰਟੀਕਲ ਨੂੰ ਤੁਸੀਂ ਡਿਟੇਲ ਵਿੱਚ ਪੜ੍ਹ ਸਕਦੇ ਹੋ। ਥਰਡ ਹੈ DNA is composed of two chains which coil around each other to form a double helix carrying the genetic instructions used in the growth। ਬਿਲਕੁਲ ਸਹੀ ਹੋਏਗਾ। ਦੋ ਚੇਨਸ ਹੁੰਦੇ ਹੈਲੀਕਲ ਫਾਰਮ 'ਚ ਹੁੰਦਾ। ਹੁਣ ਚੇਨਸ ਕਿਹਦੀ ਬਣੀ ਹੁੰਦੀ ਹੈ ਅਭੀ ਮੈਂ ਤੁਹਾਨੂੰ ਦੱਸ ਦਿੰਦਾ, ਐਡਮਿਨ, ਥਾਇਮਿਨ, ਗੁਆਨਿਨ ਐਂਡ ਸਾਈਟੋਸਿਨ। ਸੋ ਇਹਦੇ ਬਾਰੇ ਵੀ ਤੁਹਾਨੂੰ ਡਿਟੇਲ ਵਿੱਚ ਆਰਟੀਕਲ ਵਿੱਚ ਪੜ੍ਹਨ ਨੂੰ ਮਿਲੇਗਾ, ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ। ਦੈਨ ਫੋਰਥ, ਅੰਡਰ ਦਾ ਬਿੱਲ DNA ਪ੍ਰੋਫਾਈਲਿੰਗ ਇਜ਼ ਅਲਾਉਡ ਓਨਲੀ ਇਨ ਰਿਸਪੈਕਟ ਆਫ ਕ੍ਰਿਮੀਨਲ ਮੈਟਰਸ। ਜੀ ਨਹੀਂ, ਅਗਰ ਅਸੀਂ ਕ੍ਰਿਮੀਨਲ ਮੈਟਰਸ ਦੀ ਗੱਲ ਕਰੀਏ ਇਹ ਨਹੀਂ ਹੋ ਸਕਦਾ। ਸੋ ਸਾਡਾ ਆਨਸਰ ਹੋਏਗਾ ਫਰਸਟ ਐਂਡ ਥਰਡ, ਜੋ ਕਿ ਹੈ C, ਓਨਲੀ 1 ਐਂਡ 3। Question number 3, recently the Union Minister of Commerce and Industry launched National GIS enabled land bank system। Which of the following statements are correct about the system? GIS the full form ਕੀ ਹੁੰਦੀ ਹੈ? GIS meaning Geographic Information System। So the platform is created to provide database of industrial cluster over South India। ਨੇ ਅਗਰ ਕਾਮਨ ਸੈਂਸ ਯੂਜ਼ ਕਰੀਏ ਬਿਲਕੁਲ ਨਹੀਂ ਹੋਣਾ ਚਾਹੀਦਾ ਸਾਡੇ ਲਈ, ਕਿਉਂਕਿ ਅਗਰ ਯੂਨੀਅਨ ਮਿਨਿਸਟਰ ਦੀ ਗੱਲ ਕੀਤੀ ਜਾ ਰਹੀ ਹੈ ਸੋ ਉਹ ਆਲ ਓਵਰ ਇੰਡੀਆ ਦੀ ਹੋਣੀ ਚਾਹੀਦੀ ਹੈ। ਸੋ ਸਾਊਥ ਇੰਡੀਆ ਇਕੱਲੇ ਦੀ ਗੱਲ ਤੇ ਹੋਣੀ ਨਹੀਂ ਚਾਹੀਦੀ। ਇਹਦੇ ਵਿੱਚ ਸਾਡਾ ਅਗਰ ਐਲੀਮੀਨੇਟ ਵੀ ਕਰੀ A ਵੀ ਖਤਮ ਹੋ ਜਾਂਦਾ, C ਵੀ ਖਤਮ ਹੋ ਜਾਂਦਾ, D ਵੀ ਖਤਮ ਹੋ ਜਾਂਦਾ। ਸੋ ਆਨਸਰ ਕੀ ਬਚਿਆ ਸਾਡਾ? ਓਨਲੀ 2 ਐਂਡ 3। ਆਨਸਰ B ਬਿਲਕੁਲ ਸਹੀ। ਦੇਖੋ ਇੱਕ ਸਟੇਟਮੈਂਟ ਮੈਂ ਪੜ੍ਹੀ ਹੈ, ਤੁਹਾਨੂੰ ਉਹਦਾ ਆਨਸਰ ਮਿਲ ਗਿਆ ਹੈ। बहुत ही आसान ਸੀਗਾ ਪੇਪਰ, ਤੁਹਾਨੂੰ ਬਸ ਥੋੜਾ ਸਾ ਕਾਮਨ ਸੈਂਸ ਯੂਜ਼ ਕਰਨ ਦੀ ਜ਼ਰੂਰਤ ਸੀ। ਕਰੰਟ ਅਫੇਅਰ ਮੈਨੂੰ ਨਹੀਂ ਪਤਾ ਉਹਦੇ ਬਾਰੇ, ਲੇਕਿਨ ਮੈਨੂੰ ਇਹਨਾਂ ਪਤਾ ਸੀ ਅਗਰ ਯੂਨੀਅਨ ਮਿਨਿਸਟਰ ਦੀ ਗੱਲ ਹੋ ਰਹੀ ਸਾਊਥ ਇੰਡੀਆ ਇਕੱਲੇ ਦੀ ਗੱਲ ਨਹੀਂ ਹੋਣੀ ਚਾਹੀਦੀ, ਪੂਰੇ ਆਲ ਓਵਰ ਇੰਡੀਆ ਦੀ ਗੱਲ ਹੋਣੀ ਚਾਹੀਦੀ ਹੈ। ਸੈਕਿੰਡ ਹੈ ਦ ਇਨਫੋਰਮੇਸ਼ਨ ਅਵੇਲੇਬਲ ਔਨ ਦ ਪਲੇਟਫਾਰਮ ਇੰਕਲੂਡਸ information about forest, drainage, raw materials, heat maps, agriculture, horticulture, minerals layers and multi layers of connectivity।
ਸੋ ਇਹ ਸਾਡਾ ਹੋ ਸਕਦਾ ਸੀਗਾ ਕਿਉਂਕਿ ਪੋਜ਼ਿਟਿਵ ਖਬਰ ਹੈ, ਕਿਉਂਕਿ ਪੋਜ਼ਿਟਿਵ ਹੋਏਗੀ ਤਾਂ ਸਾਡੇ ਲਈ ਆਸਾਨ ਹੋਏਗਾ ਉਹਨੂੰ ਠੀਕ ਕਰਨਾ। ਥਰਡ ਹੋ ਸਕਦਾ it will help India in achieving its target 5 trillion USD economy in 5 years by providing transparent mechanism of land identification and procurement। अगर ਤੁਸੀਂ ਨਿਊਜ਼ਪੇਪਰ ਰੈਗੂਲਰ ਪੜ੍ਹਦੇ ਹੋ ਤਾਂ ਕਾਫੀ ਬਜ਼ਵਰਡ ਚੱਲ ਰਿਹਾ ਕਿ 5 ਟ੍ਰਿਲੀਅਨ ਦੀ ਇਕਨੋਮੀ ਹੋਣੀ ਚਾਹੀਦੀ ਹੈ, ਇਹਨੂੰ ਵੀ ਇੱਕ ਤਰ੍ਹਾਂ ਦਾ ਐਡ ਆਨ ਕਰ ਰਿਹਾ 5 ਟ੍ਰਿਲੀਅਨ ਇਕਨੋਮੀ ਲਈ। ਸੋ ਇਹ ਵੀ ਸਾਡਾ ਹੋ ਸਕਦਾ ਹੈ। ਸੋ ਆਨਸਰ ਬਿਲਕੁਲ ਸਹੀ 2 ਐਂਡ 3 ਹੋਏਗਾ। ਹੁਣ ਇਹਦੇ ਬਾਰੇ ਵੀ ਮੈਂ ਡਿਟੇਲ ਵਿੱਚ ਤੁਹਾਨੂੰ ਦਿੱਤੇ ਹੋਏ ਆਰਟੀਕਲ ਦੇ ਵਿੱਚ ਤੁਸੀਂ ਹਰ ਕਰੰਟ ਅਫੇਅਰ ਨੂੰ ਜੋ ਕਿ 2024 ਤੋਂ ਲੈ ਕੇ ਅੱਜ ਤੱਕ ਦਾ ਕਰੰਟ ਅਫੇਅਰ ਕਵਰ ਕੀਤਾ ਹੋਇਆ ਹੈ। ਯੂਨੀਅਨ ਮਿਨਿਸਟਰ ਕੌਣ ਹੈ ਕਮਰਸ ਐਂਡ ਇੰਡਸਟਰੀ ਦਾ? ਉਹਦਾ ਨਾਮ ਹੈ ਪੀਯੂਸ਼ ਗੋਇਲ। ਪੀਯੂਸ਼ ਗੋਇਲ। ਉਸੇ ਤਰ੍ਹਾਂ ਪੰਜਾਬ ਦਾ ਕੌਣ ਹੈ? ਪੰਜਾਬ ਦਾ ਹੈ ਸੰਜੀਵ ਅਰੋੜਾ, ਜੋ ਕਿ ਹੁਣੇ ਤਾਜ਼ਾ ਵੈਸਟ ਲੁਧਿਆਣਾ ਸੀਟ ਤੋਂ ਜਿੱਤ ਕੇ ਆਏ ਨੇ। ਸੋ ਆਰਟੀਕਲ ਨੂੰ ਜ਼ਰੂਰ ਪੜ੍ਹਿਓ, ਬਹੁਤ ਹੀ ਇੰਪੋਰਟੈਂਟ ਹੋਣ ਵਾਲਾ। ਇਹਦੇ ਵਿੱਚ ਤੁਹਾਡੇ ਸਾਰੇ ਕਰੰਟ ਅਫੇਅਰਸ ਵੀ ਕਵਰ ਹੋ ਜਾਣਗੇ। ਫੋਰਥ ਹੈ ਕੰਸੀਡਰ ਦ ਫੋਲੋਇੰਗ ਸਟੇਟਮੈਂਟ। Pratiksha is India's first marine ambulance launched by Kerala government. Second है it aims to save the endangered Indian mackerels and olive ridley turtles from poaching off the Kerala coast. So in which incorrect statement की होएगी? पहली गल Pratiksha India's the first marine ambulance है जो कि fisherman ਨੂੰ emergency ਵਿੱਚ relocate ਕਰਨ ਵਿੱਚ help ਕਰੇਗੀ। ਇਹ ਕਿਸਨੇ build ਕੀਤੀ ਸੀ? ਇਹ build ਕੀਤੀ ਸੀ Cochin Shipyard लिमिटेड। सो पहली स्टेटमेंट बिल्कुल सही है। सैकेंड इनकरैक्ट स्टेटमेंट दसनी, ए साडा नहीं हो सकता, सी साडा नहीं हो सकता, तो डी भी साडा नहीं हो सकता। तो आंसर होएगा बी ओनली टू। ओनली टू मतलब दूसरी इनकरैक्ट है। इट एम्स टू सेव द इंडेंजर्ड इंडियन मार्केट्स, नहीं ये सिर्फ फिशरमैनस ਲਈ ਸੀਗੀ। ਨੈਕਸਟ ਫਿਫਥ ICMR ਪਬਲਿਸ਼ ਨੈਸ਼ਨਲ ਗਾਈਡਲਾਈਨਸ ਫॉर जीन थेरेपी प्रोडक्ट डेवलपमेंट एंड क्लिनिकल ट्रायल्स। Which of the following statements are correct about the gene therapy product? ICMR ਦੀ full form ਕੀ ਹੈ? ICMR ਦੀ full form ਹੈ Indian Council of Medical Research। ਇਹ ਅਪੈਕਸ ਬੋਡੀ ਹੈ ਇੰਡੀਅਨ ਮੈਡੀਕਲ ਰਿਲੇਟਡ। ਸੋ ਇਹਦੇ ਵਿੱਚ ਅਗਰ ਗੱਲ ਕਰੀਏ ਕਿ ਕਰੈਕਟ ਸਟੇਟਮੈਂਟ ਕੀ ਹੋਏਗੀ? ਫਸਟ ਹੈ ਇਟ ਇਜ਼ ਡਿਫਾਈਨਡ ਐਜ਼ ਐਨੀ ਬਾਇਓਲੋਜੀਕਲ ਐਂਟੀਟੀ ਹੈਵਿੰਗ ਦ ਰਿਕੁਆਇਰਡ ਜੀਨ ਦੈਟ ਕੁਡ introduce modifications in genome for therapeutic benefit। बिल्कुल हो सकती है क्योंकि पॉजिटिव न्यूज़ है। सेकंड जीन थेरेपी प्रोडक्ट वर्क by repairing, replacing और deactivating dysfunctional disease causing gene to restore normal function। बिल्कुल सही है, ये भी हो सकता है क्योंकि पॉजिटिव है। थर्ड है as per new drugs and clinical trial rules 2019 the GTP falls under new drug and shall always be deemed as new drug। बिल्कुल ये भी है क्योंकि 2019 ਦੇ ਰੂਲ ਦੇ ਅਕੋਰਡਿੰਗ ਇਹਨੂੰ ਨਿਊ ਡਰਗ ਦੇ ਤੌਰ ਤੇ ਹੀ ਕੰਸੀਡਰ ਕੀਤਾ ਜਾਏਗਾ। ਫੋਰਥ ਹੈ ਥੈਲੇਸੀਮੀਆ, ਗੌਚਸ ਡਿਜ਼ੀਜ਼, ਸਿਕਲ ਸੈਲ ਅਨੀਮੀਆ ਐਂਡ ਹੈਮੋਫੀਲੀਆ ਫਾਲ ਅੰਡਰ ਦਾ ਜੈਨੇਟਿਕਲੀ ਇਨਹੈਰਿਟਡ ਡਿਜ਼ੀਜ਼ ਕੈਟਾਗਰੀ। ਬਿਲਕੁਲ ਇਹ ਵੀ ਸਹੀ ਹੋਏਗਾ। ਸੋ ਸਾਡਾ ਆਨਸਰ ਹੋਏਗਾ D 1 2 3 ਐਂਡ 4 ਆਲ। ਸਿਕਸਥ ਹੈ ਦ ਪ੍ਰਾਈਮ ਮਿਨਿਸਟਰ ਆਫ ਇੰਡੀਆ ਮੈਂਸ਼ਨਡ ਦ ਮੇਗਾ ਪਲਾਨ ਆਫ ਵਨ ਸਨ ਵਨ ਵਰਲਡ ਵਨ ਗ੍ਰਿਡ project in the Independence Day address। Which of the following statement are correct about the project? पहली statement है it is transnational electricity grid supplying solar power project। बिल्कुल सही। Second है the idea of the project was first introduced in 2018 during the first assembly of International Solar Alliance। 2018 ਵਿੱਚ ਬਿਲਕੁਲ ਹੋਇਆ ਸੀ ਇੰਟਰਨੈਸ਼ਨਲ ਸੋਲਰ ਅਲਾਈਅੰਸ ਦਾ ਇਸਟੈਬਲਿਸ਼ਮੈਂਟ, ਜਿਹਦਾ ਹੈੱਡਕੁਆਟਰ ਹੈ ਗੁਰੂਗ੍ਰਾਮ ਇੰਡੀਆ ਵਿੱਚ। ਸੋ ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਇੰਟਰਨੈਸ਼ਨਲ ਸੋਲਰ ਅਲਾਈਅੰਸ ਦਾ ਹੈੱਡਕੁਆਟਰ ਇੰਡੀਆ ਵਿੱਚ ਗੁਰੂਗ੍ਰਾਮ 'ਚ ਹੋਏਗਾ। ਸੋ ਇਹ ਵੀ ਸਟੇਟਮੈਂਟ ਬਿਲਕੁਲ ਸਹੀ ਹੈ। ਚਾਈਨਾ ਵਾਜ਼ ਦ ਓਨਲੀ ਮੈਂਬਰ ਕੰਟਰੀ ਟੂ ਦਿਸ ਪ੍ਰਪੋਜ਼ਲ ਡਿਊਰਿੰਗ ਦ ਇੰਟਰਨੈਸ਼ਨਲ ਸੋਲਰ ਅਲਾਈਅੰਸ ਮੀਟ। ਨਹੀਂ, ਬਿਲਕੁਲ ਨਹੀਂ। ਸੋ ਆਂਸਰ ਹੋਏਗਾ ਸਾਡਾ 1 ਐਂਡ 2 ਕਰੈਕਟ। 7th ਕੁਐਸਚਨ ਹੈ ਦ ਗਵਰਨਮੈਂਟ ਆਫ ਇੰਡੀਆ ਹੈਜ਼ constituted National Council for Transgender Persons। Which of the following statement are correct about the council? इंडियन गवर्नमेंट ने नेशनल ट्रांसजेंडर पर्सनस ਲਈ ਇੱਕ ਕਾਉਂਸਲ ਬਣਾਈ ਜਾ। ਇਹਨਾਂ ਵਿੱਚ ਸਟੇਟਮੈਂਟ ਕੀ ਠੀਕ ਹੋਏਗੀ? ਫਰਸਟ ਹੈ ਦ ਕਾਉਂਸਲ ਵਿਲ ਹੈਡਡ ਬਾय ਦ ਯੂਨੀਅਨ ਮਿਨਿਸਟਰ ਆਫ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ। ਬਿਲਕੁਲ ਯੂਨੀਅਨ ਮਿਨਿਸਟਰ ਕੌਣ ਹੈ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਕਰੰਟਲੀ? ਉਹਦਾ ਨਾਮ ਹੈ ਵੀਰੇਂਦਰ ਕੁਮਾਰ।
सेकंड स्टेटमेंट है द काउंसिल इज स्टैट्यूटरी बॉडी फाउंड अंडर ट्रांसजेंडर पर्सनस प्रोटेक्शन ऑफ राइट्स एक्ट 2019। बिल्कुल सही। क्यों स्टैट्यूटरी बॉडी ਕਿਹੜੀ ਹੁੰਦੀ ਹੈ ਜਿਹਦੇ ਵਿੱਚ ਕੋਈ ਵੀ ਪਾਰਲੀਮੈਂਟ ਵਿੱਚ ਲਾਅ ਬਣਾ ਕੇ ਉਹਨੂੰ ਸਟੈਬਲਿਸ਼ ਕੀਤਾ ਜਾਂਦਾ ਹੈ ਤੇ ਕਨਸਟੀਟਿਊਸ਼ਨ ਬੋਡੀ ਕਿਹੜੀ ਹੁੰਦੀ ਹੈ ਜਿਹਦੇ ਵਿੱਚ ਕਨਸਟੀਟਿਊਸ਼ਨ ਦੇ ਵਿੱਚ ਹੀ ਉਹਦੇ ਬਾਰੇ ਦੱਸਿਆ ਜਾ ਚੁੱਕਿਆ ਹੈ। ਸੋ ਦੂਸਰਾ ਵੀ ਠੀਕ ਹੋਏਗਾ। ਇਸੇ ਤਰ੍ਹਾਂ ਅਗਰ ਗੱਲ ਕਰੀਏ A ਨਹੀਂ ਹੋ ਸਕਦਾ, ਓਨਲੀ 1 ਐਂਡ 2 ਹੋ ਸਕਦਾ, C ਵੀ ਨਹੀਂ ਹੋ ਸਕਦਾ। ਸੋ B ਤੇ D ਦੇ ਵਿੱਚ ਸਾਨੂੰ ਡਾਊਟ ਹੋਏਗਾ। ਸਟੇਟ ਲੈਵਲ ਐਂਡ ਡਿਸਟ੍ਰਿਕਟ ਲੈਵਲ ਕਾਉਂਸਿਲ ਫॉर ईच state will be set up under this act to address the grievances of transgenders and grassroots level। बिल्कुल नहीं। तो आंसर होएगा B, only 1 and 2। क्वेश्चन नंबर 8 The Ministry of Environment, Forest and Climate Change recently published the draft Environment Impact Assessment Notification 2020। Which of the following statements are correct about EIA? EIA 2020 ਦੀ ਗੱਲ ਹੋ ਰਹੀ ਹੈ। ਬਹੁਤ ਹੀ ਪੁਰਾਣਾ ਕਰੰਟ ਅਫੇਅਰ ਹੈ। ਤੁਹਾਨੂੰ ਕੋਈ ਜ਼ਰੂਰਤ ਨਹੀਂ ਕਰਨ ਦੀ। ਵੈਸੇ ਵੀ ਅਗਰ ਕਰਾਂਗੇ ਅਸੀਂ ਇਹਨੂੰ ਅਸੀਂ ਕਾਮਨ ਸੈਂਸ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਤੁਹਾਨੂੰ ਨਹੀਂ ਪਤਾ ਇਹਦੇ ਬਾਰੇ 2020 ਦਾ ਕਰੰਟ ਅਫੇਅਰ ਦਾ ਨਹੀਂ ਪਤਾ। ਸੋ स्टार्ट करते हैं पहले तो इट प्रिडिक्ट्स द इफेक्ट ऑफ प्रपोज्ड इंडस्ट्रियल इंफ्रास्ट्रक्चरल प्रोजेक्ट ऑन एनवायरनमेंट। बिल्कुल पॉजिटिव न्यूज़ है। ये हो सकता है it prevent the proposed activity project from being approached without proper oversight or taking adverse consequences into account। ਇਹ ਵੀ ਹੋਣਾ ਚਾਹੀਦਾ ਕਿਉਂਕਿ ਇਹ ਵੀ ਪੋਜ਼ਿਟਿਵ ਇੱਕ ਇੰਡੀਕੇਸ਼ਨ ਦੇ ਰਿਹਾ। ਹਮੇਸ਼ਾ ਆਪਣਾ ਦਿਮਾਗ ਖੋਲ ਕੇ ਕੁਐਸਚਨ ਪੇਪਰ ਨੂੰ ਅਟੈਂਪਟ ਕਰਨਾ ਕਿਉਂਕਿ ਅਗਰ ਤੁਹਾਨੂੰ ਅਗਰ ਕਾਮਨ ਸੈਂਸ ਨਹੀਂ ਹੈ ਤੁਸੀਂ ਬਿਲਕੁਲ ਜਿੰਨਾ ਮਰਜ਼ੀ ਪੜ੍ਹ ਲਓ ਤੁਸੀਂ ਨਹੀਂ ਕਰੈਕ ਕਰ ਸਕਦੇ। ਸੋ ਕਾਮਨ ਸੈਂਸ ਹੋਣੀ ਜ਼ਰੂਰੀ ਹੈ। ਥਰਡ ਹੈ ਇਟ ਕੰਪੇਅਰਸ ਵੇਰੀਅਸ ਅਲਟਰਨੇਟਿਵ ਫॉर अ प्रोजेक्ट एंड सीक्स टू आइडेंटिफाई द वन which represent the best combination of economic एंड एनवायरमेंट कॉस्ट एंड बेनिफिट। नहीं मैनू इत्थे नैगेटिव वाइब आ रही। क्यों एक तो अल्टरनेटिव लभन की जरूरत नहीं होनी चाहिए। अगर असी इन्वायरमेंट की गल कर रहे हैं साडे लई उहदे विच कोई भी अल्टरनेटिव नहीं होना चाहिए। सो ये नैगेटिव आ रहा है, ये नहीं हो सकता। फोर्थ है एज पर न्यू नोटिफिकेशन कोल एंड नॉन कोल मिनरल्स प्रोस्पेक्टिंग एंड सोलर फोटोवोल्टिक प्रोजेक्ट डू नॉट नीड प्रायर इन्वायरमेंटल क्लीयरेंस। देखो अगर सोलर फोटोवोल्टिक की गल हो रही है उहदे लई सानू कोई प्रायर इन्वायरमेंट क्लीयरेंस नहीं जरूरत क्योंकि ऑलरेडी वो इन्वायरमेंट फ्रेंडली होती है। सो साडा ये पॉजिटिव इंडिकेशन दे रहा है। ये भी हो सकता। आंसर की हो सकता 1, 2 एंड 4 चेक करते हैं किहदे विच ओनली D, ओनली 1, 2 एंड 4। सो आंसर होएगा D। 9th क्वेश्चन रिसेंटली डिकार्बोनाइजिंग ट्रांसपोर्ट in India project was launched by Niti Aayog in the collaboration with International Transport Forum ITF। आइडेंटिफाई द इनकरैक्ट स्टेटमेंट। हुण इहदे विच इनकरैक्ट स्टेटमेंट चेक करनी है। सो ये जरूर याद रखना पेपर विच तुहानूं ये कन्फ्यूज करेगा कि इनकरैक्ट देखनी है करैक्ट देखनी है। ये जरूर देखता है ध्यान नाल क्वेश्चन नूं रीड करना। क्वेश्चन रीड करना ही 90% तुहाडा आंसर तुहानूं दे देगा। सो क्वेश्चन नूं रीड करना उहनूं समझना बिल्कुल जरूरी है। इट एम्स टू डेवलप ए पाथवे टूवर्ड अ लो कार्बन ट्रांसपोर्ट सिस्टम इन इंडिया। ये हो सकता है करैक्ट। क्यों हो सकता? मैनूं पॉजिटिव वाइब दे रहा। क्यों? क्योंकि लो कार्बन की गल कर रहे हैं। वर्ल्ड विच अजकल की गल करिए तो लो कार्बन ट्रांसपोर्ट सिस्टम की गल हो रही है। सो ये बिल्कुल सही हो सकता है। ये साडा आंसर नहीं हो सकता। बी है द प्रोजेक्ट विल डिज़ाइन अ टेलर मेड ट्रांसपोर्ट एमिशन असैसमेंट फ्रेमवर्क फॉर इंडिया। बिल्कुल ये भी पॉजिटिव वाइब दे रहे हैं। ये भी सारा हो सकता है। सी इंडिया अजरबाईजान नाइजीरिया एंड मोरक्को आर पार्टिसिपेंट्स ऑफ द डिकार्बोनाइजिंग ट्रांसपोर्ट इन इमर्जिंग इकोनॉमिक DTE। सो अगर तुहानू थोड़ा जिहा याद होएगा नाइजीरिया की जगह अर्जेंटीना होना चाहिए सी। सो साडा इनकरैक्ट होएगा सी। आंसर होएगा सी। आज द लास्ट क्वेश्चन 10वां द यूनाइटेड नेशन एनवायरनमेंट प्रोग्राम एंड इंटरनेशनल एनर्जी एजेंसी जॉइंटली रिलीज अ कूलिंग एमिशन एंड पॉलिसी सिंथेसिस रिपोर्ट CEPSR। विच ऑफ द फॉलोइंग स्टेटमेंट आर इज करेक्ट अबाउट द रिपोर्ट। हुण करेक्ट स्टेटमेंट देखनी है। यूनाइटेड नेशन के बारे गल हो रही है। इट इज बेस्ड ऑन असेसमेंट ऑफ डेवलपमेंट एंड क्लाइमेट बेनिफिट ऑफ एफिशिएंट एंड क्लाइमेट फ्रेंडली कूलिंग। ए पॉजिटिव वाइब दे रही है। बिल्कुल हो सकता है। एक करंट अफेयर 2020 ਦਾ ਹੈ ਤੁਹਾਨੂੰ ਨਹੀਂ ਜ਼ਰੂਰਤ ਕਰਨ ਦੀ ਕਿਉਂਕਿ ਇਹ ਨਹੀਂ ਆਣਾ। ਤੁਸੀਂ ਸਿਰਫ 2024 ਤੋਂ ਲੈ ਕੇ ਅੱਜ ਤੱਕ ਦੇ ਕਰੰਟ ਅਫੇਅਰ ਕਰ ਲਓ ਉਹ ਤੁਹਾਡੇ ਲਈ ਸਫੀਸ਼ੀਐਂਟ ਹੋਣਗੇ। ਹੁਣ ਮੈਂ ਇਹ ਕਿੱਥੋਂ ਪੜੋਗੇ ਤੁਸੀਂ? ਇਹ ਪੜਨ ਲਈ ਤੁਸੀਂ ਵੀਕਲੀ ਕਰੰਟ ਅਫੇਅਰ ਤੁਸੀਂ rankedchoice.com ਤੋਂ ਜਾ ਕੇ ਚੈੱਕ ਕਰ ਸਕਦੇ ਹੋ ਜਾਂ ਫਿਰ ਮੈਂ ਹਰ ਆਰਟੀਕਲ ਹਰ ਟੌਪਿਕ ਦੇ ਉੱਪਰ ਜਿਵੇਂ ਕਿ ਯੂਨਾਈਟਿਡ ਨੇਸ਼ਨ ਦੇ ਟੌਪਿਕ ਦੇ ਉੱਪਰ 2024 ਤੋਂ ਲੈ ਕੇ ਅੱਜ ਤੱਕ ਦੇ ਸਾਰੇ ਕਰੰਟ ਅਫੇਅਰ ਕਵਰ ਕੀਤੇ ਹੋਏ ਆ। ਤੁਸੀਂ ਉੱਥੇ ਵੀ ਜਾ ਕੇ ਚੈੱਕ ਕਰ ਸਕਦੇ ਹੋ। डिस्क्रिप्शन च इन्हां दा लिंक मिल जाएगा। एक बार गो थ्रू कर लो। होर कोई भी पढ़ने की जरूरत नहीं होएगी। सफिशिएंट होंगे। सेकंड है इट लेस आउट एक्शन दैट कैन बी टेकन टू डिलीवर एफिशिएंट एंड क्लाइमेट फ्रेंडली कूलिंग फॉर ऑल। बिल्कुल यह भी पॉजिटिव मैनूं इंडिकेशन दे रहा है। सो साडा आंसर सी बोथ 1 एंड 2 होना चाहिए है।
ਸੋ ਆਨਸਰ ਹੋਏਗਾ C 1 ਐਂਡ 2। ਸੋ 10 ਕੁਐਸਚਨ ਇੱਥੇ ਖਤਮ ਹੁੰਦੇ ਆ। ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਪਲੀਜ਼ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਕਿ ਇਹਨੂੰ ਅਸੀਂ ਇਸੇ ਤਰ੍ਹਾਂ ਕੰਟੀਨਿਊ ਕਰੀਏ ਜਾਂ ਫਿਰ ਅਸੀਂ ਤੇਜ਼ ਕਰਨ ਦੀ ਕੋਸ਼ਿਸ਼ ਕਰੀਏ ਵਿਦਆਊਟ ਐਕਸਪਲੇਨਿੰਗ। ਮੈਂ ਤੁਹਾਡੇ ਰਿਪਲਾਈ ਲਈ ਬਹੁਤ ਹੀ ਬੇਸਬਰੀ ਨਾਲ ਵੇਟ ਕਰ ਰਿਹਾ। ਵੀਡੀਓ ਨੂੰ ਜਰੂਰ ਲਾਈਕ ਕਰੋ ਅਗਰ ਤੁਹਾਨੂੰ ਪਸੰਦ ਆਈ ਹੈ। ਅਗਰ ਹਜੇ ਵੀ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ, ਦੋਸਤਾਂ ਨਾਲ ਜਰੂਰ ਸ਼ੇਅਰ ਕਰੋ। ਤਾਂ ਮੈਂ ਰਿਕੁਐਸਟ ਕਰਾਂਗਾ ਤੁਸੀਂ ਸਾਡੇ WhatsApp, Instagram, YouTube, Facebook, Pinterest, X ਪਲੇਟਫਾਰਮ ਤੇ ਸਾਨੂੰ ਫੋਲੋ ਕਰੋ ਕਿਉਂਕਿ ਜੋ ਵੀ ਨੋਟੀਫਿਕੇਸ਼ਨ ਮਿਲੇਗੀ ਤੁਹਾਨੂੰ ਉੱਥੋਂ ਸਭ ਤੋਂ ਪਹਿਲਾਂ ਮਿਲੇਗੀ। ਸੋ ਵੀਡੀਓ ਵਿੱਚ ਇੰਨਾ ਹੀ। ਕੀਪ ਲਰਨਿੰਗ, ਕੀਪ ਸ਼ਾਈਨਿੰਗ। ਮਿਲਦੇ ਤੁਹਾਨੂੰ ਅਗਲੀ ਵੀਡੀਓ ਵਿੱਚ।